ਹੈਲੋ एवरीवन, मेरा नाम रमन शर्मा। एज एन आयल्स ट्रेनर मैं यूट्यूब ਦੇ ਉੱਤੇ ਆਪਣਾ ਰਮਨ ਆਇਲਸ ਨੇਮ ਤੇ ਇੱਕ ਚੈਨਲ ਨੂੰ ਬਣਾਇਆ ਹੋਇਆ ਹੈ, ਜਿਹਦੇ ਉੱਤੇ ਮੈਂ ਹਰ ਰੋਜ਼ ਆਇਲਸ ਮੋਡਿਊਲ ਨੂੰ ਲੈ ਕੇ ਜਾਂ ਇੰਗਲਿਸ਼ ਨੂੰ ਲੈ ਕੇ ਬਹੁਤ ਤਰ੍ਹਾਂ ਦੀਆਂ ਵੀਡੀਓਜ਼ ਨੂੰ ਅਪਲੋਡ ਕਰਦਾ। ਸਭ ਤੋਂ ਪਹਿਲਾਂ ਮੈਂ ਕਲੀਅਰ ਕਰਨਾ ਚਾਹੁੰਦਾ ਕਿ ਜਿਹੜਾ ਮੈਂ ਚੈਨਲ ਬਣਾਇਆ ਹੈਗਾ ਇਹ ਮੈਂ ਕਿਸੇ ਗ੍ਰੀਡ ਨੂੰ ਲੈ ਕੇ ਜਾਂ ਕਿਸੇ ਫੇਮ ਨੂੰ ਲੈ ਕੇ ਨਹੀਂ ਬਣਾਇਆ, ਬਲਕਿ ਜਿਹੜੇ ਬੱਚੇ ਕਿਸੇ ਕਾਰਨ ਕਰਕੇ ਕੋਈ ਇੰਸਟੀਚਿਊਟ ਨੂੰ ਜੁਆਇਨ ਨਹੀਂ ਕਰ ਸਕਦੇ ਜਾਂ ਉਹਨਾਂ ਦੀਆਂ ਫੈਮਿਲੀਜ਼ ਪ੍ਰੋਬਲਮਸ ਨੇਗੀਆਂ ਜਾਂ ਕਿਸੇ ਹੋਰ ਕਾਰਨ ਕਰਕੇ ਉਹ ਕਿਸੇ ਵੀ ਤਰੀਕੇ ਨਾਲ ਕੋਚਿੰਗ ਸੈਂਟਰ ਦੇ ਵਿੱਚ ਨਹੀਂ ਜਾ ਸਕਦੇ, ਤਾਂ ਮੈਂ ਟਰਾਈ ਕਰਦਾ ਕਿ ਮੈਂ ਐਵੇਂ ਦੀਆਂ ਵੀਡੀਓਜ਼ ਨੂੰ ਅਪਲੋਡ ਕਰਾਂ ਤਾਂ ਜੋ ਬੱਚੇ ਘਰੇ ਬੈਠੇ ਆਪਣਾ ਬਹੁਤ ਵਧੀਆ ਤਰੀਕੇ ਨਾਲ ਮੇਰੀਆਂ ਵੀਡੀਓਜ਼ ਤੋਂ ਸਿੱਖਣ ਤੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰਨ। 9 to 5 ਮੈਂ ਆਪਣੇ ਇੰਸਟੀਚਿਊਟ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਤੇ ਫਿਰ ਵੀ 5 o'clock ਤੋਂ ਬਾਅਦ ਜਿੰਨਾ ਵੀ ਟਾਈਮ ਮਿਲਦਾ ਮੈਂ ਟਰਾਈ ਕਰਦਾ ਕਿ ਮੈਂ ਬਹੁਤ ਅੱਛੇ ਤਰੀਕੇ ਨਾਲ, ਬਹੁਤ ਸਿੰਪਲ ਤਰੀਕੇ ਨਾਲ ਤੇ ਬਾਈਲਿੰਗੁਅਲ ਮੈਥਡ ਨੂੰ ਯੂਜ਼ ਕਰਕੇ ਇੰਗਲਿਸ਼ ਪਲੱਸ ਹਿੰਦੀ ਪੰਜਾਬੀ ਜਾਂ ਜੋ ਵੀ ਲੈਂਗੁਏਜ ਹੈ ਉਹਨੂੰ ਯੂਜ਼ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾਵਾਂ ਤਾਂ ਜੋ ਉਹ ਬਹੁਤ ਵਧੀਆ ਤਰੀਕੇ ਨਾਲ ਫਸਟ ਅਟੈਂਪਟ ਦੇ ਵਿੱਚ ਆਪਣਾ ਆਇਲਸ ਦਾ ਸਕੋਰ ਹੈ ਜਿਹੜਾ ਉਸ ਨੂੰ ਗੈਟ ਕਰ ਸਕਣ। ਆਪਾਂ ਟਾਈਮ ਵੇਸਟ ਨਹੀਂ ਕਰਦੇ, ਮੈਂ ਤੁਹਾਨੂੰ ਅੱਜ ਦਾ ਟੌਪਿਕ ਦੱਸਦਾ ਬੱਚੇ। ਅੱਜ ਦਾ ਟੌਪਿਕ ਹੈ ਆਪਣਾ ਲਿਸਟ ਆਫ ਹੈਡਿੰਗ। ਤਾਂ ਸਭ ਤੋਂ ਪਹਿਲੀ ਰਿਕੁਐਸਟ ਮੇਰੀ ਇਹ ਹੈਗੀ ਕਿ ਜੇਕਰ ਵੀਡੀਓ ਨੂੰ ਤੁਸੀਂ ਦੇਖਣਾ ਸ਼ੁਰੂ ਕਰਦੇ ਹੋ ਤਾਂ ਕਾਈਂਡਲੀ ਉਹਨੂੰ ਲਾਸਟ ਤੱਕ ਜ਼ਰੂਰ ਦੇਖਿਓ, ਕਿਉਂਕਿ ਅੱਜ ਜੋ ਮੈਂ ਵੀਡੀਓ ਬਣਾਉਣ ਲੱਗਿਆ ਜੇ ਤੁਸੀਂ ਇਹਨੂੰ ਹਾਫ ਦੇਖੋਗੇ ਤਾਂ ਤੁਹਾਡਾ ਟਾਈਮ ਵੇਸਟ ਹੈ। ਤਾਂ ਮੈਂ ਰਿਕੁਐਸਟ ਕਰੂੰਗਾ ਜਦੋਂ ਤੁਹਾਡੇ ਕੋਲੇ 30-40 ਮਿੰਟਸ ਪ੍ਰੋਪਰ ਤਰੀਕੇ ਨਾਲ ਆਪਣੇ ਪੜ੍ਹਨ ਲਈ ਹੋਣਗੇ ਤਾਂ ਤੁਸੀਂ ਵੀਡੀਓ ਨੂੰ ਉਸ ਟਾਈਮ ਹੀ ਦੇਖਣਾ ਸ਼ੁਰੂ ਕਰਿਓ। ਇਹਦੇ ਨਾਲ ਤੁਹਾਡੀ ਬਹੁਤ ਹੈਲਪ ਹੋਏਗੀ। ਤਾਂ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਮੈਂ ਪੂਰੀ ਵੀਡੀਓ ਦੇਖਣ ਦੇ ਲਈ ਕਿਉਂ ਕਹਿ ਰਿਹਾ। ਉਹਦਾ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਿ ਅੱਜ ਆਪਾਂ ਲਿਸਟ ਆਫ ਹੈਡਿੰਗ ਤਾਂ ਕਰਾਂਗੇ ਹੀ ਕਰਾਂਗੇ। ਜਦੋਂ ਆਪਾਂ ਲਿਸਟ ਆਫ ਹੈਡਿੰਗ ਨੂੰ ਫਿਨਿਸ਼ ਕਰ ਲਿਆ ਤਾਂ ਮੈਂ ਤੁਹਾਨੂੰ ਇਹ ਟ੍ਰਿਕ ਸਿਖਾਉਂਗਾ ਬੱਚੇ ਕਿ ਬਹੁਤ ਵਧੀਆ ਤਰੀਕੇ ਨਾਲ ਪੜ੍ਹਨ ਨਾਲ ਕੀ ਹੋਏਗਾ, ਬਾਕੀ ਦੇ ਜਿਹੜੇ ਫਿਲ ਇਨ ਦਾ ਬਲੈਂਕਸ ਨੇ ਜਾਂ ਮਲਟੀਪਲ ਚੁਆਇਸ ਕੁਐਸਚਨਸ ਨੇਗੇ ਉਹ ਆਟੋਮੈਟਿਕਲੀ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਪੇਪਰ ਦੇ ਵਿੱਚ ਕਲੀਅਰ ਕਰ ਸਕੋਗੇ। ਮੈਂ ਟਰਾਈ ਕਰੂੰਗਾ ਕਿ ਮੈਂ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਐਕਸਪਲੇਨ ਕਰਾਂ ਤੇ ਪੜ੍ਹਾਵਾਂ ਤੇ ਉਮੀਦ ਕਰੂੰਗਾ ਕਿ ਬੱਚਿਆਂ ਨੂੰ ਮੇਰੀ ਟੀਚਿੰਗ ਵਧੀਆ ਲੱਗੇਗੀ। ਸੋ ਆਪਾਂ ਟਾਈਮ ਨੂੰ ਵੇਸਟ ਨਾ ਕਰਦੇ ਹੋਏ ਆਪਾਂ ਆਪਣੇ ਟੌਪਿਕ ਤੇ ਆਉਂਦੇ ਆ ਬੱਚੇ। ਸੋ ਸਕਰੀਨ ਨੂੰ ਮੈਂ ਛੋਟਾ ਕਰ ਲੈਣਾ, ਦੈਟਸ ਫਾਈਨ ਇਨਫ। ਤੇ ਅੱਜ ਦਾ ਜਿਹੜਾ ਟੌਪਿਕ ਹੈ ਬੱਚੇ ਆਪਣਾ ਉਹਦਾ ਮੇਨ ਜੋ ਆਪਣਾ ਹੈਡਿੰਗ ਹੈ ਦੈਟ ਇਜ਼ ਕਾਲਡ ਆ ਡਿਡ ਟੀ ਐਂਡ ਬੀਅਰ ਬ੍ਰਿੰਗ ਅਬਾਊਟ ਇੰਡਸਟਰੀਅਲਾਈਜੇਸ਼ਨ। ਟੌਪਿਕ ਇਹ ਕਹਿਣਾ ਚਾਹੁੰਦਾ ਹੈਗਾ ਕਿ ਜਿਹੜੀ ਟੀ ਹੈ ਜਾਂ ਬੀਅਰ ਹੈ ਕੀ ਇਸ ਨੇ ਇੰਡਸਟਰੀਅਲਾਈਜੇਸ਼ਨ ਨੂੰ ਲੈ ਕੇ ਆਉਂਦਾ ਜਾਂ ਸਾਰੀ ਟਾਕ ਆਪਣਾ ਪੈਸੇਜ 2 ਹੈਗਾ ਇਹ। ਤੇ ਸਭ ਤੋਂ ਪਹਿਲੀ ਚੀਜ਼ ਇਹ ਆਪਾਂ ਦੇਖੀਏ ਕਿੰਨੇ ਆਪਣੇ ਕੋਲ ਪੈਸੇजेस ਨੇ ਇਹਦੇ ਅੰਦਰ। ਪੈਰਾਗ੍ਰਾਫ A B C D E F G H ਆਪਣੇ ਕੋਲੇ H ਪੈਰਾਗ੍ਰਾਫ ਤੱਕ ਹੈ ਤੇ ਲਿਸਟ ਆਫ ਹੈਡਿੰਗ ਆਪਣੇ ਕੋਲੇ ਲਗਭਗ ਬੱਚੇ ਹੈਗੇ ਆ ਉਹ 10 ਨੇ। ਐਗਜ਼ਾਮਪਲ ਦੇ ਵਿੱਚ ਸੈਕਸ਼ਨ A ਇਹਨਾਂ ਨੇ ਪਹਿਲੀ ਡਨ ਕੀਤਾ ਹੋਇਆ ਤੇ ਉਹਦਾ ਆਨਸਰ ਇਹਨਾਂ ਨੇ 10 ਦਿੱਤਾ ਹੋਇਆ ਤਾਂ ਆਪਣਾ ਟਾਈਮ ਸੇਵ ਹੋ ਗਿਆ। ਆਪਾਂ ਸੈਕਸ਼ਨ A ਨਹੀਂ ਪੜਾਂਗੇ ਤੇ ਡੈਫੀਨਿਟਲੀ ਆਪਣਾ ਇੱਕ 10th ਆਨਸਰ ਹੈ ਜਿਹੜਾ ਉਹ ਕੱਟ ਵੀ ਗਿਆ। ਜੇ ਆਪਾਂ ਲਿਸਟ ਆਫ ਹੈਡਿੰਗ ਪੜਾਂਗੇ ਤਾਂ ਉਸ ਤੋਂ ਬਾਅਦ ਜਿਹੜੇ ਆ ਫਿਲ ਇਨ ਦਾ ਬਲੈਂਕਸ ਨੇ ਜਾਂ ਮਲਟੀਪਲ ਚੁਆਇਸ ਕੁਐਸਚਨਸ ਨੇ ਲਗਭਗ 6 ਔਰ 7 ਕੁਐਸਚਨਸ ਨੇ ਬੱਚੇ ਉਹ ਆਟੋਮੈਟਿਕਲੀ ਆਪਣੇ ਡਨ ਹੋ ਜਾਣਗੇ ਜਦੋਂ ਆਪਾਂ ਲਿਸਟ ਆਫ ਹੈਡਿੰਗ ਕਰਨ ਦੇ ਲਈ ਪ੍ਰੋਪਰ ਪੈਰਾਗ੍ਰਾਫ ਨੂੰ ਪੜਿਆ। ਸਭ ਤੋਂ ਵਧੀਆ ਮੈਥਡ ਇਹ ਹੈ ਕਿ ਜੇ ਲਿਸਟ ਆਫ ਹੈਡਿੰਗ ਨੂੰ ਕਰਨਾ ਹੈਗਾ ਤਾਂ ਸਭ ਤੋਂ ਪਹਿਲਾਂ ਲਿਸਟ ਆਫ ਹੈਡਿੰਗ ਨੂੰ ਨਹੀਂ ਪੜੀਦਾ, ਨੈਵਰ ਐਵਰ, ਤੁਸੀਂ ਕਨਫਿਊਜ਼ ਹੋ ਜਾਓਗੇ। ਸਭ ਤੋਂ ਪਹਿਲਾਂ ਕੀ ਕਰਨਾ ਹੈ, ਪੈਰਾਗ੍ਰਾਫ A ਤਾਂ ਆਪਾਂ ਨੇ ਪੜਨਾ ਨਹੀਂ ਕਿਉਂਕਿ ਉਹਦਾ ਤਾਂ ਆਨਸਰ ਪਹਿਲੇ ਦਿੱਤਾ ਹੋਇਆ ਹੈ। ਸੋ ਲੈਟਸ ਟਾਕ ਅਬਾਊਟ ਪੈਰਾਗ੍ਰਾਫ B। ਤੁਹਾਨੂੰ ਮੈਂ ਵੋਕੈਬਲਰੀ ਸਮਝਾਉਂਗਾ, ਟ੍ਰਾਂਸਲੇਸ਼ਨ ਸਮਝਾਉਂਗਾ, ਇੱਕ ਇੱਕ ਚੀਜ਼ ਸਮਝਾਉਂਗਾ ਕਿ ਪੇਪਰ ਕਿਵੇਂ ਕਲੀਅਰ ਹੁੰਦਾ ਹੈਗਾ। ਸੋ ਪੈਰਾਗ੍ਰਾਫ B ਆਪਾਂ ਸਟਾਰਟ ਕਰਦੇ ਹਾਂ। ਮੈਕਫਰਲੇਨ ਰਾਈਟਰ ਦਾ ਨੇਮ ਹੈ। ਕੰਪੇਅਰਸ ਦਾ ਕੁਐਸਚਨ ਟੂ ਅ ਪਜ਼ਲ। ਉਹਨੇ ਇੱਕ ਕੁਐਸਚਨ ਅਰਾਈਜ਼ ਕੀਤਾ ਕਿ ਆਪਾਂ ਇਹ ਪਜ਼ਲ ਨੂੰ ਸੋਲਵ ਕਿਵੇਂ ਕਰਾਂਗੇ। He claims that there were about 20 different factors and all of them needed to be present before the revolution could happen। ਜਿਹੜਾ ਰਾਈਟਰ ਹੈ ਉਹ ਇਹ ਕਹਿਣਾ ਚਾਹੁੰਦਾ ਕਿ 20 ਡਿਫਰੈਂਟ ਕਾਈਂਡ ਦੇ ਫੈਕਟਰ ਨੇ ਜੇ ਇੱਕ ਰੈਵੋਲੂਸ਼ਨ ਨੂੰ ਲੈ ਕੇ ਆਉਣਾ, ਜੇ ਕ੍ਰਾਂਤੀ ਨੂੰ ਲੈ ਕੇ ਆਉਣਾ ਤਾਂ 20 ਤਰ੍ਹਾਂ ਦੇ ਆਪਾਂ ਨੂੰ ਫੈਕਟਰ ਚਾਹੀਦੇ ਆ। The chief conditions are to be found in history textbook। ਇੱਕ ਹਿਸਟਰੀ ਦੇ ਵਿੱਚ ਟੈਕਸਟ ਬੁੱਕ 'ਚ ਆਪਾਂ ਨੂੰ ਕਿਹੜੀ ਚੀਜ਼ ਲੱਭੀ ਹੈਗੀ for industry to take off। ਟੇਕ ਆਫ ਹੁੰਦਾ ਉੱਪਰ ਲੈ ਕੇ ਜਾਣਾ। ਜੇ ਇੰਡਸਟਰੀ ਨੂੰ ਟੇਕ ਆਫ ਕਰਨਾ ਉੱਪਰ ਲੈ ਕੇ ਜਾਣਾ ਹੈ there needed to be the technology and power to drive factories। ਤਾਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਜੇ ਆਪਾਂ ਨੇ ਆਪਣੀ ਇੰਡਸਟਰੀ ਨੂੰ ਉੱਪਰ ਲੈ ਕੇ ਜਾਣਾ ਹੈ। ਨੰਬਰ 1 ਆਪਾਂ ਨੂੰ ਚਾਹੀਦੀ ਹੈ ਟੈਕਨੋਲੋਜੀ। ਨੰਬਰ 2 ਆਪਾਂ ਨੂੰ ਚਾਹੀਦੀ ਹੈ ਪਾਵਰ। ਪਾਵਰ ਹੁੰਦੀ ਹੈ ਬਿਜਲੀ। ਲਾਰਜ ਅਰਬਨ ਪੋਪੂਲੇਸ਼ਨ ਟੂ ਪ੍ਰੋਵਾਈਡ ਚੀਪ ਲੇਬਰ। ਤਾਂ ਆਪਾਂ ਨੂੰ ਬਹੁਤ ਜ਼ਿਆਦਾ ਪੋਪੂਲੇਸ਼ਨ ਵੀ ਚਾਹੀਦੀ ਹੈ ਤਾਂ ਜੋ ਆਪਾਂ ਨੂੰ ਚੀਪ ਲੇਬਰ ਮਿਲ ਜੇ।
ਈਜ਼ੀ ਟਰਾਂਸਪੋਰਟ ਟੂ ਮੂਵ ਗੁੱਡਸ ਅਰਾਊਂਡ, ਗੁੱਡਸ ਹੁੰਦੀਆਂ ਨੇ ਚੀਜ਼ਾਂ, ਤਾਂ ਆਪਾਂ ਨੂੰ ਈਜ਼ੀ ਟਰਾਂਸਪੋਰਟ ਵੀ ਮਿਲੇ ਤਾਂ ਜੋ ਜਿਹੜੀਆਂ ਆਪਾਂ ਚੀਜ਼ਾਂ ਨੇ ਇੱਧਰ ਉੱਧਰ ਲੈ ਕੇ ਜਾਣੀਆਂ ਨੇ ਉਹਦੇ ਲਈ ਵੀ ਆਪਾਂ ਨੂੰ ਬਹੁਤ ਸੌਖਾ ਹੋਵੇ। ਐਨ ਐਫਲੂਐਂਟ ਮਿਡਲ ਕਲਾਸ ਵਿਲਿੰਗ ਟੂ ਬਾਈ ਮਾਸ ਪ੍ਰੋਡਿਊਸਡ ਆਬਜੈਕਟਸ, ਜਿਹੜੇ ਪ੍ਰੋਜੈਕਟ ਇੰਡਸਟਰੀ 'ਚ ਬਣਨਗੇ, ਜਿਹੜੀਆਂ ਚੀਜ਼ਾਂ ਇੰਡਸਟਰੀ 'ਚ ਬਣਨਗੀਆਂ ਉਹਨਾਂ ਨੂੰ ਖਰੀਦਣ ਦੇ ਲਈ ਆਪਾਂ ਨੂੰ ਮਿਡਲ ਕਲਾਸ ਦੇ ਬੰਦੇ ਵੀ ਚਾਹੀਦੇ ਆ। A market driven economy and a political system that allowed this to happen। ਇਹਨੇ ਬਹੁਤ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਦੱਸਿਆ ਕਿ ਕਿਹੜੇ-ਕਿਹੜੇ ਫੈਕਟਰ ਚਾਹੀਦੇ ਆ, ਜ਼ਰੂਰੀ ਕਿਹੜੇ-ਕਿਹੜੇ ਫੈਕਟਰ ਨੇ ਜੇ ਆਪਾਂ ਨੇ ਇੱਕ ਇੰਡਸਟਰੀ ਨੂੰ ਬਹੁਤ ਅੱਛੇ ਤਰੀਕੇ ਨਾਲ ਖੜਾ ਕਰਨਾ ਹੈਗਾ ਜਾਂ ਉਹਨੂੰ ਟੇਕ ਆਫ ਕਰਨਾ ਹੈਗਾ। While this was the case for England, other nations such as Japan, Holland and France also met some of these criteria। ਬਾਕੀ ਕੰਟਰੀਜ਼ ਨੇ ਜਿਨ੍ਹਾਂ ਦਾ ਸੇਮ ਕ੍ਰਾਈਟੇਰੀਆ ਮਿਲਿਆ। All these factors must have been necessary। ਸਾਰੇ ਫੈਕਟਰ ਨੇ ਜਿਹੜੇ ਉਹ ਜ਼ਰੂਰੀ ਨੇਗੇ but not sufficient to cause the revolution। ਇਹ ਜ਼ਰੂਰੀ ਨਹੀਂ ਹੈਗਾ ਕਿ ਇਹਨਾਂ ਦੇ ਨਾਲ ਹੀ revolution ਆਏਗੀ। Holland had everything except coal। ਹਾਲੈਂਡ ਕੋਲੇ ਸਾਰਾ ਕੁਝ ਹੈ ਪਰ ਉਹਦੇ ਕੋਲੇ ਕੋਲ ਨਹੀਂ ਹੈਗਾ। While China also had many of these factors, ਤੇ ਚਾਈਨਾ ਕੋਲ ਵੀ ਬਹੁਤ ਤਰ੍ਹਾਂ ਦੇ ਫੈਕਟਰਸ ਹੈਗੇ ਆ। Most historians however are convinced that one or two missing factor are needed to solve the puzzle। ਉਹ ਕਹਿੰਦੇ ਇੱਕ ਦੋ ਹੋਰ ਫੈਕਟਰ ਹੈਗਾ ਜਿਹੜਾ ਇਸ ਪਜ਼ਲ ਨੂੰ ਸੋਲਵ ਕਰੇਗਾ। ਪੈਰਾਗ੍ਰਾਫ B ਦੇ ਵਿੱਚ ਆਪਾਂ ਨੇ ਇਹ ਪੜਿਆ ਕਿ ਜੇ ਇੰਡਸਟਰੀ ਨੂੰ ਆਪਾਂ ਨੇ ਚਲਾਉਣਾ ਹੈ ਤਾਂ ਆਪਾਂ ਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਪਏਗੀ। ਉਸ 'ਚ ਆਪਾਂ ਨੂੰ ਪ੍ਰੋਪਰ ਤਰੀਕੇ ਨਾਲ ਪਤਾ ਲੱਗ ਗਿਆ ਕਿ ਆਪਾਂ ਨੂੰ ਜੇ ਇੱਕ ਇੰਡਸਟਰੀ ਨੂੰ ਚਲਾਉਣਾ ਹੈਗਾ ਤਾਂ ਆਪਾਂ ਨੂੰ ਟੈਕਨੋਲੋਜੀ ਚਾਹੀਦੀ ਹੈ, ਪਾਵਰ ਚਾਹੀਦੀ ਹੈ, ਚੀਪ ਲੇਬਰ ਚਾਹੀਦੀ ਹੈ, ਈਜ਼ੀ ਟਰਾਂਸਪੋਰਟ ਨੂੰ ਗੁੱਡਸ ਨੂੰ ਲੈ ਕੇ ਜਾਣ ਲਈ ਚਾਹੀਦੀ ਹੈ, ਪੂਅਰ ਪੀਪਲ ਜਾਂ ਮਿਡਲ ਕਲਾਸ ਪੀਪਲ ਚਾਹੀਦੇ ਹੈ ਤੇ ਈਵਨ ਇਕਨੋਮੀ ਚਾਹੀਦੀ ਹੈ, ਪੋਲੀਟੀਕਲ ਸਿਸਟਮ ਚਾਹੀਦਾ ਹੈ। ਤਾਂ ਇੰਨੀਆਂ ਸਾਰੀਆਂ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਜੇ ਆਪਾਂ ਇੱਕ ਇੰਡਸਟਰੀ ਨੂੰ ਚਲਾਉਣਾ ਹੈ। ਸੋ ਲੈਟਸ ਗੋ ਔਨ ਲਿਸਟ ਆਫ ਹੈਡਿੰਗ। ਆਪਾਂ ਬੱਚੇ ਲਿਸਟ ਆਫ ਹੈਡਿੰਗ ਤੇ ਆ ਗਏ। ਦੇਖੋ ਮੈਂ ਤੁਹਾਨੂੰ ਇਹ ਸਭ ਤੋਂ ਵਧੀਆ ਤਰੀਕਾ ਦੱਸਦਾ, ਕਦੇ ਵੀ ਇਹ ਨਾ ਲੱਭੋ ਕਿ ਮੇਰਾ ਆਨਸਰ ਤਾਂ ਇਹੀ ਹੈ, ਤੁਸੀਂ ਬਹੁਤ ਕਨਫਿਊਜ਼ ਹੋ ਜਾਓਗੇ ਤੇ ਕਦੇ ਆਨਸਰ ਨਹੀਂ ਲੱਭੇਗਾ। ਤਾਂ ਸਭ ਤੋਂ ਵਧੀਆ ਮੈਥਡ ਕੀ ਹੈ ਕਿ ਆਈ ਐਮ ਗੋਇੰਗ ਟੂ ਯੂਜ਼ ਐਲੀਮੀਨੇਸ਼ਨ। ਮੇਰਾ ਆਨਸਰ ਇਹ ਨਹੀਂ ਹੈਗਾ ਤਾਂ ਡੈਫੀਨੇਟਲੀ ਜਿਹੜਾ ਤੁਹਾਡਾ ਐਕੂਰੇਟ ਆਨਸਰ ਹੋਏਗਾ ਤੁਹਾਨੂੰ ਲੱਭ ਜਾਏਗਾ। ਦੇਖਦੇ ਆਪਾਂ। ਸਿਗਨੀਫੀਕੈਂਸ ਆਫ ਟੀ ਡਰਿੰਕਿੰਗ, ਚਾਹ ਪੀਣ ਦਾ ਕੋਈ ਫਾਇਦਾ ਨਹੀਂ। ਪੋਸੀਬਲ ਸੋਲੂਸ਼ਨ ਟੂ ਦਾ ਪਜ਼ਲ ਨਹੀਂ। ਇੰਡਸਟਰੀ ਇਨ ਹਾਲੈਂਡ ਐਂਡ ਫਰਾਂਸ, ਕੋਈ ਇੰਡਸਟਰੀ ਐਡੀ ਗੱਲ ਨਹੀਂ ਕਰੀ। ਸਿਗਨੀਫੀਕੈਂਟ ਪੋਪੂਲੇਸ਼ਨ ਇਨਕਰੀਜ਼, ਕੋਈ ਪੋਪੂਲੇਸ਼ਨ ਵਧੀ ਦੀ ਗੱਲ ਨਹੀਂ ਕਰੀ। ਦਾ ਰਿਲੇਸ਼ਨਸ਼ਿਪ ਬਿਟਵੀਨ ਡਰਿੰਕਸ ਐਂਡ ਡਿਸੀਜ਼, ਕੋਈ ਬਿਮਾਰੀਆਂ ਨਾਲ ਗੱਲ ਨਹੀਂ ਕਰੀ। ਗਿਨ ਡਰਿੰਕਿੰਗ ਐਂਡ ਇੰਡਸਟਰੀਲਾਈਜੇਸ਼ਨ, ਨੋ। ਡਾਇਜ਼ੈਂਟਰੀ ਇੱਕ ਬਿਮਾਰੀ ਹੁੰਦੀ ਆ ਜਿਹੜੀ ਵਾਟਰ ਬੋਰਨ ਤੋਂ ਹੁੰਦੀ ਆ, ਗੰਦਾ ਪਾਣੀ ਪੀਣ ਤੋਂ ਜਿਹੜੀ ਬਿਮਾਰੀ ਹੁੰਦੀ ਆ ਉਹਨੂੰ ਡਾਇਜ਼ੈਂਟਰੀ ਕਹਿੰਦੇ ਆ ਬੱਚੇ। ਡਾਇਜ਼ੈਂਟਰੀ ਪ੍ਰੀਵੈਂਸ਼ਨ ਇਨ ਜਾਪਾਨ ਐਂਡ ਹੋਲੈਂਡ, ਨੋ। ਜਾਪਾਨ ਵਾਟਰਬੋਰਨ ਡਿਸੀਜ਼ਜ਼, ਨੋ। Preconditions necessary for industrial revolution, accurate answer ਆਪਣਾ 9 ਹੈ। ਕਿਉਂਕਿ ਆਪਾਂ ਨੂੰ ਕੀ ਸੀਗਾ, ਪ੍ਰੀ ਕੰਡੀਸ਼ਨ ਨੈਸੈਸਰੀ ਸੀਗੀਆਂ, ਕਿਹੜੀਆਂ 20 ਡਿਫਰੈਂਟ ਕੰਡੀਸ਼ਨ ਸੀਗੀਆਂ। ਤਾਂ ਡੈਫੀਨਿਟਲੀ ਜਿਹੜਾ ਆਪਣਾ ਆਨਸਰ ਹੈ ਉਹ 9 ਹੈ ਕਿਉਂਕਿ ਉਹ ਚ ਪ੍ਰੀ ਕੰਡੀਸ਼ਨ ਜ਼ਰੂਰੀ ਕਿਹੜੀਆਂ ਸੀ ਉਹਦੀ ਵੀ ਟਾਕ ਕਰੀ ਸੀ, ਇੰਡਸਟਰੀਅਲ ਰੈਵੋਲੂਸ਼ਨ ਦੀ ਵੀ ਟਾਕ ਕਰੀ ਸੀ। ਤਾਂ ਆਪਣਾ ਜਿਹੜਾ ਐਕੂਰੇਟ ਆਨਸਰ ਹੈਗਾ ਸੈਕਸ਼ਨ B ਦਾ ਜਿਹੜਾ ਆਨਸਰ ਹੈ ਉਹ 9th ਹੈ। ਤੇ ਇੱਕ ਸਭ ਤੋਂ ਮੇਨ ਗੱਲ ਦੱਸਦਾ ਬੱਚੇ, ਜਿਹੜੇ ਆਨਸਰ ਨੇ ਉਹ ਹਮੇਸ਼ਾ ਇਹ ਰੋਮਨ ਚ ਦਿੱਤੇ ਹੋਇਆ 1 2 3 ਚ ਪਾ ਕੇ ਆ ਗਏ, ਤੁਹਾਡਾ ਆਨਸਰ ਗਲਤ ਹੋ ਜਾਊਗਾ। ਜੇ ਰੋਮਨ ਚ ਨੇ ਤਾਂ ਜਿਹੜਾ 9 ਹੈ ਨਾ ਉਹਦੀ ਸ਼ੇਪ ਇਹ ਹੋਣੀ ਚਾਹੀਦੀ ਆ। ਐਗਜ਼ਾਮ ਬਹੁਤ ਵਧੀਆ ਤਰੀਕੇ ਨਾਲ ਕੰਪਿਊਟਰਾਈਜ਼ਡ ਐਗਜ਼ਾਮ ਹੁੰਦਾ। ਦੇਖੋ ਬੰਦਾ ਦਾ ਚੈੱਕ ਨਹੀਂ ਕਰਦਾ ਨਾ, ਤਾਂ ਕੰਪਿਊਟਰ 'ਚ ਕੋਈ ਫੀਲਿੰਗ ਨਹੀਂ। ਜੇ ਤੁਸੀਂ 9 ਐਵੇਂ ਦੂਜੀ ਲੋਟ ਪਾਏ, ਨੂਮੈਰੀਕਲ ਨੰਬਰ ਪਾਇਆ ਹੈ ਤਾਂ ਉਹ ਰੋਂਗ ਹੋ ਜਾਏਗਾ। ਸੋ ਯੂਜ਼ ਰੋਮਨ, ਜੇ ਰੋਮਨ ਹੈ ਤਾਂ ਰੋਮਨ 'ਚ ਯੂਜ਼ ਕਰੋ। ਤਾਂ B ਦਾ ਜਿਹੜਾ ਆਪਣਾ ਆਨਸਰ ਹੈ ਉਹ 9th ਹੈ, ਬਾਕੀ ਹੋਰ ਕਿਸੇ ਨਾਲ ਆਨਸਰ ਮੈਚ ਨਹੀਂ ਵੀ ਹੁੰਦਾ। ਸੋ ਉਮੀਦ ਕਰੂੰਗਾ ਕਿ ਪੈਰਾਗ੍ਰਾਫ B ਨੂੰ ਆਪਾਂ ਬਹੁਤ ਅੱਛੇ ਤਰੀਕੇ ਨਾਲ ਪੜ੍ਹਿਆ। ਸੋ ਆਪਾਂ ਪੈਰਾਗ੍ਰਾਫ C ਦੀ ਟਾਕ ਕਰਦੇ ਹਾਂ। ਕਈ ਵਾਰ ਪੈਰਾਗ੍ਰਾਫ ਵੱਡੇ ਛੋਟੇ ਹੁੰਦੇ ਆ, ਕਦੇ ਵੀ ਇਹ ਨਾ ਕਰਿਆ ਕਰੋ ਕਿ ਉੱਪਰਲੀਆਂ 2 ਲਾਈਨਸ ਪੜ੍ਹ ਲੀਆਂ, ਕਦੇ ਵੀ ਨਹੀਂ। ਸਾਰਾ ਪੜ੍ਹਨਾ ਹੈ। ਇਹਦੇ ਨਾਲ ਫਾਇਦਾ ਇਹ ਹੋ ਜਾਊਗਾ ਕਿ ਬਾਕੀ ਦੇ ਕੁਐਸਚਨ ਦੀਆਂ ਲੋਕੇਸ਼ਨਸ ਲੱਭਣ ਦੀ ਲੋੜ ਵੀ ਨਹੀਂ ਹੋਏਗੀ। ਪੈਰਾਗ੍ਰਾਫ C, the missing factor he proposes are to be found in every kitchen cupboard। ਕਹਿੰਦਾ ਜਿਹੜੇ 2 ਮਿਸਿੰਗ ਫੈਕਟਰ ਸੀਗੇ ਉਹ ਆਪਾਂ ਨੂੰ ਹਰੇਕ ਕਿਚਨ ਦੇ ਕਪਬੋਰਡ 'ਚ ਮਿਲਦੇ ਆ। ਟੀ ਐਂਡ ਬੀਅਰ, ਚਾਹ ਤੇ ਬੀਅਰ, 2 ਆਫ ਦਾ ਨੇਸ਼ਨਸ ਫੇਵਰੇਟ ਡਰਿੰਕਸ, ਨੇਸ਼ਨ ਦੀਆਂ 2 ਫੇਵਰੇਟ ਡਰਿੰਕ ਨੇਗੀਆਂ ਇਹ। ਟੈਨਿਨ, the active ingredient in tea, ਚਾਹ ਦੇ ਵਿੱਚ ਇੱਕ ਇੰਗਰੀਡੀਐਂਟ ਪੈਂਦਾ ਹੈ ਉਹਦਾ ਨਾਮ ਹੈ ਟੈਨਿਨ। ਐਂਡ ਹੌਪਸ ਯੂਜ਼ਡ ਇਨ ਮੇਕਿੰਗ ਬੀਅਰ, ਬੀਅਰ ਨੂੰ ਬਣਾਉਣ ਦੇ ਲਈ ਕੀ ਚਾਹੀਦਾ ਹੌਪਸ, ਚਾਹ ਨੂੰ ਬਣਾਉਣ ਦੇ ਲਈ ਕੀ ਚਾਹੀਦਾ ਟੈਨਿਨ। both contains antiseptic properties, ਦੋਨਾਂ ਦੇ ਅੰਦਰ ਐਂਟੀਸੈਪਟਿਕ ਪ੍ਰੋਪਰਟੀਜ਼ ਹੁੰਦੀਆਂ ਨੇ। this plus
द फैक्ट दैट बोथ आर मेड विद बॉयल्ड वाटर, ते बनाईਆਂ ਜਾਂਦੀਆਂ ਨੇ बॉयल्ड वाटर नाल, ਹੈਲਪਡ ਪ੍ਰੀਵੈਂਟ ਐਪੀਡੈਮਿਕਸ ਆਫ ਵਾਟਰਬੋਰਨ ਡਿਸੀਜ਼ਜ਼, ਤੇ ਜਿਹੜੀਆਂ ਵਾਟਰਬੋਰਨ ਤੋਂ ਡਿਸੀਜ਼ਜ਼ ਹੁੰਦੀਆਂ ਨੇ ਸੱਚ ਐਜ਼ ਡਾਇਜ਼ੈਂਟਰੀ, ਤਾਂ ਡੈਫੀਨਿਟਲੀ ਇਹਨਾਂ ਤੋਂ ਇਹ ਬਚਾਉਂਦੇ ਨੇ। ਕੌਣ ਕੌਣ ਬਚਾਉਂਦੇ ਨੇ? ਟੀ ਤੇ ਬੀਅਰ ਆ ਬਿਮਾਰੀ ਤੋਂ ਬਚਾਉਂਦੇ ਆ ਇਨ ਡੈਂਸਲੀ ਪੋਪੂਲੇਟਡ ਅਰਬਨ ਏਰੀਆਜ਼, ਤੇ ਖਾਸ ਤੌਰ ਤੇ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਇਹ ਸ਼ਹਿਰਾਂ ਦੇ ਵਿੱਚ ਹੁੰਦੀਆਂ ਨੇ, ਅਰਬਨ ਏਰੀਆਜ਼ ਦੇ ਵਿੱਚ। ਪੂਰੇ ਪੈਰੇ ਨੇ ਆਪਾਂ ਨੂੰ ਦੱਸਿਆ ਚਾਹ ਤੇ ਕਾਫੀ, ਚਾਹ ਤੇ ਬੀਅਰ ਦੇ ਕਾਦੇ ਨਾਲ ਬਣਦੀ, ਉਹ ਟੈਨਿਨ ਨਾਲ ਬਣਦੀ ਸੀ ਤੇ ਉਹ ਹੌਪਸ ਨਾਲ ਬਣਦੀ ਸੀ, ਤੇ ਐਜ਼ ਵੈਲ ਐਜ਼ ਇਹ ਚ ਆਪਾਂ ਨੂੰ ਦੱਸਿਆ ਕਿ ਉਹ ਬੋਇਲਡ ਵਾਟਰ ਤੋਂ ਬਣਦੀਆਂ ਸੀ ਤੇ ਡਾਇਜ਼ੈਂਟਰੀ ਬਿਮਾਰੀ ਤੋਂ ਬਚਾਉਂਦੇ ਸੀਗੇ। 10th ਨਹੀਂ ਆ ਸਕਦਾ, 9th ਨਹੀਂ ਆ ਸਕਦਾ। ਜਾਪਾਨ ਵਾਟਰਬੋਰਨ ਡਿਸੀਜ਼ ਨੋ, ਡਾਇਜ਼ੈਂਟਰੀ ਵਰਡ ਹੈਗਾ ਸੀ ਪਰ ਜਾਪਾਨ ਤੇ ਹਾਲੈਂਡ ਦੀ ਕੋਈ ਟਾਕ ਨਹੀਂ। ਇੱਕ ਵਰਡ ਨੂੰ ਦੇਖ ਕੇ ਕਦੇ ਆਨਸਰ ਨਹੀਂ ਲਾਉਣਾ। ਗਿਨ ਡਰਿੰਕਿੰਗ ਐਂਡ ਇੰਡਸਟਰੀਅਲਾਈਜੇਸ਼ਨ ਨੈਵਰ ਐਵਰ। ਦਾ ਰਿਲੇਸ਼ਨਸ਼ਿਪ ਬਿਟਵੀਨ ਡਰਿੰਕਸ ਐਂਡ ਡਿਸੀਜ਼, ਪਰ ਇਹ ਰਿਲੇਸ਼ਨਸ਼ਿਪ ਤਾਂ ਹੁੰਦਾ ਬੱਚੇ ਜੇ ਉਹ ਚ ਆਪਾਂ ਨੂੰ ਐ ਕਹਿੰਦੇ ਵੀ ਉਹ ਲੋਕ ਪੀਂਦੇ ਸੀ ਤਾਂ ਬਿਮਾਰੀਆਂ ਤੋਂ ਬਚਦੇ ਸੀ, ਉਹ ਤਾਂ ਇਹ ਦੱਸਿਆ ਵੀ ਆਹ ਚੀਜ਼ਾਂ ਨੇ ਬਿਮਾਰੀਆਂ ਤੋਂ ਬਚਾਉਂਦੀਆਂ ਨੇ। ਰਿਲੇਸ਼ਨਸ਼ਿਪ ਦਾ ਮਤਲਬ ਹੈ ਕਿ ਉਹ ਪੀਂਦੇ, ਤਾਂ ਆਪਣਾ ਆਨਸਰ 5th ਨਹੀਂ ਹੋ ਸਕਦਾ। ਸਿਗਨੀਫੀਕੈਂਟ ਪੋਪੂਲੇਸ਼ਨ ਕੋਈ ਟਾਕ ਨਹੀਂ, ਇੰਡਸਟਰੀ ਦੀ ਕੋਈ ਟਾਕ ਨਹੀਂ। ਸੈਕਿੰਡ, ਪੋਸੀਬਲ ਸੋਲੂਸ਼ਨ ਟੂ ਦਾ ਪਜ਼ਲ, ਉਹਨੇ ਸਟਾਰਟਿੰਗ ਚ ਕਿਹਾ ਸੀ ਨਾ ਕਿ ਜਿਹੜੀ ਇਹ ਪਜ਼ਲ ਹੈ ਇਹਦੇ ਸੋਲੂਸ਼ਨ ਮਿਲ ਗਏ। ਕਿਹੜੇ ਕਿਹੜੇ ਸੋਲੂਸ਼ਨ ਮਿਲ ਸੀ? ਟੀ ਤੇ ਬੀਅਰ, ਤਾਂ ਐਕੂਰੇਟ ਜਿਹੜਾ ਇਹਦਾ ਆਨਸਰ ਬਣਦਾ ਹੈ ਉਹ ਸੈਕਿੰਡ ਬਣਦਾ ਹੈ। ਤੇ ਫਸਟ ਕੀ ਹੈ? ਸਿਗਨੀਫੀਕੈਂਸ ਆਫ ਟੀ ਡਰਿੰਕਿੰਗ, ਚਾਹ ਦੇ ਫਾਇਦੇ ਜਿਹੜਾ ਟਾਕ ਹੈ ਨਹੀਂ। ਸੋ ਜਿਹੜਾ ਆਪਣਾ ਸੈਕਸ਼ਨ ਸੀ ਹੈ ਉਹਦਾ ਐਕੂਰੇਟ ਆਨਸਰ ਸੈਕਿੰਡ ਹੈਗਾ। ਜੇ ਕਿਸੇ ਬੱਚੇ ਨੂੰ ਆਨਸਰ 5th ਲੱਗਦਾ ਹੈ ਤਾਂ ਆਨਸਰ ਨਾ ਲਾਈਓ, ਉਹਨੂੰ ਵੇਟਿੰਗ ਚ ਪਾ ਲਓ ਕਿਉਂਕਿ 5th ਸ਼ਾਇਦ ਕਿਸੇ ਹੋਰ ਦਾ ਹੋਵੇ। ਹੈਡਿੰਗ 'ਚ ਸਭ ਤੋਂ ਵੱਡੀ ਇਹ ਗੱਲ ਹੁੰਦੀ ਹੈ ਜੇ ਇੱਕ ਹੈਡਿੰਗ ਗਲਤ ਗਿਆ ਤਾਂ ਆਟੋਮੈਟਿਕਲੀ 2 ਹੈਡਿੰਗ ਆਪਣੇ ਗਲਤ ਗਏ। ਤਾਂ ਮੈਂ ਚਾਹੁੰਦਾ ਕਿ ਬਹੁਤ ਵਧੀਆ ਤਰੀਕੇ ਨਾਲ ਇਸ ਨੂੰ ਕਰਿਆ ਜਾਵੇ ਤਾਂ ਆਪਣਾ ਐਗਜ਼ਾਮ ਕਲੀਅਰ ਹੋਏਗਾ। ਜੇ 9/9 ਬੈਂਡ ਲੈਣੇ ਆ ਤਾਂ ਪੈਰਾਗ੍ਰਾਫ ਡੀ, ਉਮੀਦ ਕਰੂੰਗਾ ਤੁਹਾਨੂੰ ਸਮਝ ਆ ਰਿਹਾ ਹੋਊਗਾ। ਥੋੜਾ ਫਾਸਟ ਤਾਂ ਪੜ੍ਹਾ ਰਿਹਾ, ਵੀਡੀਓ ਲੈਂਥੀ ਨਾ ਬਣੇ ਤੇ ਹਰੇਕ ਬੱਚਾ ਬਹੁਤ ਅੱਛੇ ਤਰੀਕੇ ਨਾਲ ਦੇਖ ਲੇ। ਪੈਰਾਗ੍ਰਾਫ ਡੀ, ਸੈਕਸ਼ਨ ਡੀ ਜਿਹਨੂੰ ਆਪਾਂ ਕਹਿੰਦੇ ਆ, ਹਿਸਟੋਰੀਅਨਸ ਹੈਡ ਨੋਟਿਸਡ ਵਨ ਆਫ ਦਾ ਇੰਟਰਸਟਿੰਗ ਫੈਕਟਰ ਅਰਾਊਂਡ ਦਾ ਮਿਡ 18th ਸੈਂਚੁਰੀ ਦੈਟ ਰਿਕੁਆਇਰਡ ਐਕਸਪਲੇਨੇਸ਼ਨ। ਜਿਹੜੇ ਹਿਸਟੋਰੀਅਨਸ ਨੇਗੇ ਉਹਨਾਂ ਨੇ ਇੱਕ ਇੰਟਰਸਟਿੰਗ ਫੈਕਟਰ ਨੂੰ ਨੋਟਿਸ ਕੀਤਾ ਮਿਡ 18th ਸੈਂਚੁਰੀ ਦੇ ਵਿੱਚ ਜਿਹੜਾ ਐਕਸਪਲੇਨ ਕਰਨਾ ਜ਼ਰੂਰੀ ਸੀਗਾ। ਬਿਟਵੀਨ ਅਬਾਊਟ 1650 ਐਂਡ 1740s, 1650 ਤੇ 1740 ਦੇ ਵਿਚਕਾਰ, ਬਿਟਵੀਨ ਦਾ ਪੋਪੂਲੇਸ਼ਨ ਵਾਜ਼ ਸਟੈਟਿਕ, ਜਿਹੜੀ ਪੋਪੂਲੇਸ਼ਨ ਸੀਗੀ ਉਹ ਠੀਕ ਸੀਗੀ, ਨਾ ਵੱਧ ਰਹੀ ਸੀ ਨਾ ਘਟ ਰਹੀ ਸੀ, ਨਾਰਮਲ ਚੱਲ ਰਹੀ ਸੀ। ਬਟ then there was a burst in population, ਉਸ ਤੋਂ ਬਾਅਦ ਕੀ ਆਇਆ? ਪੋਪੂਲੇਸ਼ਨ ਦੇ ਵਿੱਚ ਇੱਕ ਲਗਭਗ ਭੁਚਾਲ ਆ ਗਿਆ। ਕੀ ਹੋਇਆ? the infant mortality rate halved in the space of 20 years and this happened in both rural areas and cities। 20 ਸਾਲਾਂ ਦੇ ਵਿੱਚ ਕੀ ਹੋਇਆ? ਪੋਪੂਲੇਸ਼ਨ ਬਹੁਤ ਵੱਡੇ ਲੈਵਲ ਤੇ ਵੱਧ ਗਿਆ। ਕਿੱਥੇ? ਸ਼ਹਿਰਾਂ 'ਚ ਵੀ ਵੱਧ ਗਿਆ ਤੇ ਪਿੰਡਾਂ 'ਚ ਵੀ ਵੱਧ ਗਿਆ। ਐਂਡ ਅਕ੍ਰੋਸ ਆਲ ਕਲਾਸਿਸ, ਸਾਰੀਆਂ ਕਾਸਟਸ 'ਚ ਵੀ ਵੱਧ ਗਿਆ। 4 possible causes have been suggested, ਉਹ ਕਹਿੰਦੇ ਵੀ 4 ਕਾਰਨ ਨੇ ਹੋ ਸਕਦੇ ਨੇ, ਵੀ possible causes ਹੁੰਦੇ ਨੇ ਕਿ ਮੇਨ ਕਾਰਨ ਇਹ ਹੋ ਸਕਦੇ ਨੇ ਕਿ ਜਿਹੜੀ ਪੋਪੂਲੇਸ਼ਨ ਵਧੀ ਆ ਉਹ ਕਿਉਂ ਵਧੀ ਆ। There could have been a sudden change in the viruses and bacteria present at the time, ਸ਼ਾਇਦ ਕਹਿੰਦੇ ਵੀ ਕੋਈ ਬੈਕਟੀਰੀਆ ਜਾਂ ਕੋਈ ਵਾਇਰਸਿਸ ਨੇ ਉਹ ਚੇਂਜ ਹੋ ਗਏ ਹੁਣ ਤਾਂ ਲੋਕਾਂ ਦੀ ਡੈਥ ਹੋਣ ਉਹ ਘਟ ਗਈ, ਤਾਂ ਪੋਪੂਲੇਸ਼ਨ ਹੈ ਜਿਹੜੀ ਉਹ ਵੱਧ ਗਈ। ਬਟ ਦਿਸ ਇਜ਼ ਅਨਲਾਈਕਲੀ, ਇਹਨੂੰ ਪਸੰਦ ਨਹੀਂ ਕੀਤਾ ਗਿਆ। Was there a revolution in medical science, ਕਿ ਮੈਡੀਕਲ ਸਾਇੰਸ ਦੇ ਵਿੱਚ ਕੋਈ ਰੈਵੋਲੂਸ਼ਨ ਆ ਗਈ? ਬਟ ਦਿਸ ਵਾਜ਼ ਅ ਸੈਂਚੁਰੀ ਬਿਫੋਰ ਲੈਸਰ ਇੰਟਰੋਡਿਊਸ ਐਂਟੀਸੈਪਟਿਕ ਸਰਜਰੀ, ਇਹ ਤਾਂ 1 ਸੈਂਚੁਰੀ ਪਹਿਲਾਂ ਆ ਗਈ ਸੀਗੀ। ਨਹੀਂ, ਇਹ ਵੀ ਨਹੀਂ ਹੋ ਸਕਦਾ। Was there a change in environmental condition, ਕੋਈ environmental condition ਬਦਲ ਗਈਆਂ। There were improvements in agriculture that wiped out malaria, but these were small gains। ਹਾਂ, ਐਗਰੀਕਲਚਰ ਨਾਲ ਮਲੇਰੀਆ ਖਤਮ ਜ਼ਰੂਰ ਹੋ ਗਿਆ ਸੀਗਾ ਪਰ ਇਹ ਤਾਂ ਸਮਾਲ ਗੇਨ ਸੀ, ਛੋਟੀਆਂ ਚੀਜ਼ਾਂ ਸੀ। ਸੈਨੀਟੇਸ਼ਨ ਹੁੰਦੀ ਹੈ ਸਾਫ ਸਫਾਈ। did not become widespread until 19th century, ਜਿਹੜੀ ਸੈਨੀਟੇਸ਼ਨ ਹੈ ਉਹ ਉਦੋਂ ਤੱਕ ਤਾਂ ਆਈ ਨਹੀਂ ਸੀ 19th ਸੈਂਚੁਰੀ ਤੱਕ। the only option left was food, ਇੱਕ ਆਪਸ਼ਨ ਬਚਿਆ ਸੀ ਸ਼ਾਇਦ ਫੂਡ। but the height and the weight statistics show a decline, ਜਿਹੜੀ ਹਾਈਟ ਤੇ weight ਸੀ ਉਹ ਵੀ ਡਿੱਗਣੇ ਸ਼ੁਰੂ ਹੋ ਗਏ। so the food got worse, ਫੂਡ ਵੀ ਵਰਸ ਹੋ ਗਿਆ, ਮਾੜਾ ਹੋ ਗਿਆ। efforts to explain this sudden reduction in child death appeared a draw a blank, ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਕਿ ਡੈਥ ਰੇਸ਼ੋ ਰੁਕ ਗਈ ਤੇ ਪੋਪੂਲੇਸ਼ਨ ਇੰਨੀ ਜ਼ਿਆਦਾ ਵੱਧ ਗਈ। ਕੀ ਕਾਰਨ ਹੋਇਆ ਕਿ ਪੋਪੂਲੇਸ਼ਨ ਇੰਨੀ ਵੱਧ ਗਈ? ਆਓ ਲਿਸਟ ਆਫ ਹੈਡਿੰਗ। ਇੰਟਰੋਡਕਸ਼ਨ ਨਹੀਂ ਆ ਸਕਦਾ। ਪ੍ਰੀ ਕੰਡੀਸ਼ਨ ਨੈਸੈਸਰੀ ਹੋ ਗਿਆ।
Japan waterborne disease no talk, dysentery prevention no talk, gin drinking no talk, relationship no talk. Fourth देखो significant population increase, accurate ਇਹਦਾ आंसर है fourth। देखो population increase ਦੀ talk ही करिए, और देख लो कोई इंडस्ट्री या significant street drinking never ever। so accurate आंसर अपना fourth है। सब तो वधिया तरीका पैराग्राफ ਨੂੰ रीड करो, बहुत अच्छे तरीके ਨਾਲ रीड करो ਤੇ ਸਾਰਾ रीड करो, आंसर ਤੇ ਆਓ, एलिमिनेशन करो, 110% ਤੁਹਾਡਾ आंसर सही होगा ਤੇ ਬਲੀਵ ਕਰਿਓ ਮੇਰੇ वर्ड्स ਦੇ ਉੱਤੇ, ਮੇਰੀ ਟੀਚਿੰਗ ਦੇ ਉੱਤੇ ਕਿ ਤੁਸੀਂ 9 ਚੋਂ 9 ਬੈਂਡ ਹਿੱਟ ਕਰੋਗੇ। ਸੋ मैं उम्मीद करूंगा डी तक ਤੁਹਾਨੂੰ समझ आ गया। पैराग्राफ ई, the population burst seemed to happen at just the right time to provide labor the industrial revolution। ਉਹ ਕਹਿੰਦਾ ਬਹੁਤ ਵਧੀਆ ਹੋਇਆ ਜੇ population ਵਧ ਗਈ ਨਾ ਤਾਂ ਉਸ ਟਾਈਮ ਲੇਬਰ ਦੀ ਬਹੁਤ ਲੋੜ ਸੀਗੀ। but why, ਪਰ ਵਧੀ ਕਿਉਂ? when the industrial revolution started it was economical efficient to have people crowded together forming towns and cities। ਉਸ ਟਾਈਮ ਲੋਕਾਂ ਦੀ ਜ਼ਰੂਰਤ ਸੀ ਕਿ ਸ਼ਹਿਰ ਬਣਾਏ ਜਾਣ, ਪਿੰਡ ਬਣਾਏ ਜਾਣ, ਪਰ ਬਟ ਵਿਦ ਦ ਕਰਾਊਡਡ ਲਿਵਿੰਗ ਕੰਡੀਸ਼ਨ ਕਮ ਡਿਸੀਜ਼ਸ। ਜਦੋਂ ਕਰਾਊਡਡ ਲੋਕ ਇਕੱਠੇ ਹੋ ਗਏ ਤਾਂ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ, ਪਾਰਟਿਕੂਲਰਲੀ ਫਰੋਮ ਦਾ ਹਿਊਮਨ ਵੇਸਟ। ਤੇ ਹਿਊਮਨ ਜਦੋਂ ਖਾਂਦਾ ਸੀਗਾ ਤਾਂ ਵੇਸਟ ਵੀ ਕਰਦਾ ਸੀ, ਉਹ ਤੋਂ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਆਈਆਂ। Some research in the historical records revealed that there was a change in incident of waterborne disease at the time, especially dysentery। उस टाइम ते एक डिसीज सब तो ज्यादा, एक बीमारी सब तो ज्यादा फैली ते वाटरबॉर्न सीगी। पानी नाल, गंदे पानी नूं पीण नाल जिहड़ियां बीमारियां जिवें कैंसर है या डायजेंट्री है, उस तरह दी बीमारियां चों एक बीमारी सब तो ज्यादा फैली, ਉਹਦਾ नाम है डायजेंट्री। मैकफार्लेन deduced ਹੁੰਦਾ है explained। Macfarlane deduced that whatever the British were drinking must have been important in controlling diseases। ਉਹ ਕਹਿੰਦਾ ਵੀ ਜਿਹੜੇ ਬ੍ਰਿਟਿਸ਼ ਲੋਕ ਨੇ ਨਾ, ਜਿਹੜਾ ਕੁਝ ਉਹ ਪੀ ਰਹੇ ਨੇਗੇ ਤਾਂ ਹੀ ਉਹ ਡਿਸੀਜ਼ ਨੂੰ ਕੰਟਰੋਲ ਕਰ ਰਹੇ ਨੇ, ਤਾਂ ਹੀ ਉਹ ਬਿਮਾਰੀ ਨੂੰ ਕੰਟਰੋਲ ਕਰ ਰਹੇ ਆ। they drank beer and ale। ਬੀਅਰ ਦੀ ਇੱਕ ਟਾਈਪ ਹੈ ale, ਉਹ ਬੀਅਰ ਵੀ ਪੀਂਦੇ ਆ ਤੇ ale ਵੀ ਪੀਂਦੇ ਆ। for a long time the English were protected by the strong antibacterial agents in hops। ਹੌਪਸ ਜਿਹੜੇ ਬੀਅਰ ਬਣਦੀ ਸੀ which were added to make beer last। ਮਤਲਬ ਕੀ ਹੈ ਕਿ ਉਹ ਬਚੇ ਤਾਂ ਹੋਏ ਨੇ, ਉਹ ਬੀਅਰ ਪੀ ਰਹੇ ਨੇ, ਉਹਦੇ ਵਿੱਚ ਇੰਨੇ ਕੇ ਐਂਟੀਬੈਕਟੀਰੀਅਲ ਚੀਜ਼ਾਂ ਨੇ ਕਹਿੰਦਾ। ਬਟ ਇਨ ਦਾ ਲੇਟ 17th century 17th century ਦੇ ਐਂਡ ਤੱਕ ਕੀ ਹੋਇਆ, ਟੈਕਸ ਲਾਇਆ ਗਿਆ, was introduced on malt। malt is a synonym of ਦਾਰੂ, ਦਾਰੂ ਮਤਲਬ ਵਾਈਨ। ਕਹਿੰਦਾ ਟੈਕਸ ਲਾਇਆ ਗਿਆ ਬੀਅਰ ਦੇ ਉੱਤੇ। the poor turned to water and gin। ਲੋਕ ਤਾਂ ਫਿਰ ਕੀ ਹੋਇਆ, ਪਾਣੀ ਤੇ ਗਿਨ ਤੇ ਆ ਗਏ। and in the 70-20 the mortality rate began to rise again। ਫਿਰ ਮੌਤ ਦੀ ਜਿਹੜੀ ਦਰ ਸੀ ਉਹ ਵੱਧ ਗਈ, then it suddenly dropped again। ਫਿਰ ਥੱਲੇ ਡਿੱਗੀ। what was the cause? ਕਾਰਨ ਕੀ ਹੈ? ਦੱਸਿਆ ਪੋਪੂਲੇਸ਼ਨ ਵਧੀ ਹੈ। ਮੈਕਫਾਰਲੇਨ ਨੇ ਪ੍ਰੋਪਰ ਕਹਿਤਾ ਵੀ ਉਹ ਲੋਕ ਤਾਂ ਬਚੇ ਹੋਏ ਨੇ ਜੋ ਬੀਅਰ ਪੀਂਦੇ ਆ, ਤਾਂ ਬਿਮਾਰੀ ਨਾਲ ਲੜਦੇ ਆ, ਦੈਟਸ ਇਟ। ਤੇ ਇਹਦੇ ਬੀਅਰ ਦੇ ਉੱਤੇ ਟੈਕਸ ਵੀ ਲੱਗ ਗਿਆ ਇਹਦੇ ਚ। ਆ ਜਾਓ 10th नहीं 9th नहीं। जापान वाटरबॉर्न नो, डायजेंट्री प्रिवेंशन नो, गिन ड्रिंकिंग, गिन वर्ड आया सी पर इंडस्ट्रियलाइजेशन नहीं आया। 5th ध्यान नाल देखो द रिलेशनशिप बिटवीन ड्रिंक्स एंड डिसीजेस। देखो एक रिलेशनशिप सीगा ड्रिंक्स का ते डिसीजेस का, ड्रिंक को पींदे सी ते डिसीजेस तो बचे रहंदे सी। बाकी देखो कोई भी पॉपुलेशन हो गया, हॉलैंड कोई फ्रांस की गल नहीं, पॉसिबल सोल्यूशन हो गया, टी ड्रिंकिंग की कोई गल नहीं। तो एक्यूरेट जिहड़ा हुण आंसर मिलिया वो 5th मिलिया कि पीण की गल सी, वो लोग पींदे सी ते बीमारियां तो बचे रहंदे सी। तो एक्यूरेट जिहड़ा आंसर है वो 5th है बच्चे। अपना सैक्शन ई दा 5th हो गया, तो लास्ट अपना रह गया सैक्शन एफ कला। चलो सैक्शन एफ पढ़ते हैं। मैकफार्लेन ने looked to the Japan, ਉਹ ਜਾਪਾਨ ਨੂੰ ਦੇਖਦਾ ਹੈ which was also developing large cities about the same time। ਉਹ ਜਿਹੜਾ ਜਾਪਾਨ ਸੀ ਉਸ ਟਾਈਮ ਉਹ ਵੀ ਲਾਰਜ ਸਿਟੀਜ਼ ਨੂੰ ਬਣਾ ਰਿਹਾ ਸੀ and also had no sanitation। ਤੇ ਉਸ ਟਾਈਮ ਉਹਦੇ ਕੋਲੇ ਵੀ ਕੋਈ ਐਡੀ ਸੈਨੀਟੇਸ਼ਨ ਨਹੀਂ ਸੀਗਾ, ਕੋਈ ਐਡੀ ਪਾਵਰਸ ਨਹੀਂ ਸੀਗੀਆਂ ਉਹਦੇ ਕੋਲੇ ਕਿ ਉਹ ਜ਼ਿਆਦਾ ਸਾਫ ਸਫਾਈ ਰੱਖ ਰਿਹਾ ਸੀ। waterborne diseases in the Japanese population were far fewer than those in Britain। ਵਾਟਰਬੋਰਨ ਡਿਸੀਜ਼ਸ ਜੈਪਨੀਜ਼ 'ਚ ਘੱਟ ਸੀਗੀਆਂ ਪਰ ਬ੍ਰਿਟੇਨ 'ਚ ਜ਼ਿਆਦਾ ਸੀਗੀਆਂ। ਕੁਡ ਇਟ ਬੀ ਦਾ ਪ੍ਰੀਵੈਲੈਂਸ ਆਫ ਟੀ ਇਨ देयर ਕਲਚਰ, ਕੀ ਇਹ ਤਾਂ ਹੈ ਵੀ ਉਹ ਚਾਹ ਜ਼ਿਆਦਾ ਪੀਂਦੇ ਸੀ। ਦੈਟ ਵਾਜ਼ ਵੈਨ ਮੈਕਫਾਰਲੇਨ ਥਾਟ ਅਬਾਊਟ ਦਾ ਰੋਲ ਆਫ ਦਾ ਟੀ ਇਨ ਬ੍ਰਿਟੇਨ। ਉਹਨੇ ਦੇਖਿਆ ਕੀ ਰੋਲ ਹੈ ਚਾਹ ਦਾ ਬ੍ਰਿਟੇਨ ਦੇ ਵਿੱਚ। The history of the tea in Britain provided an extraordinary coincidence of dates।
ਟੀ ਵਾਜ਼ ਰਿਲੇਟਿਵਲੀ ਐਕਸਪੈਂਸਿਵ, ਚਾਹ ਮਹਿੰਗੀ ਸੀ, ਅੰਟਿਲ ਜਦੋਂ ਤੱਕ ਬ੍ਰਿਟੇਨ ਸਟਾਰਟਡ ਡਾਇਰੈਕਟ ਟ੍ਰੇਡ ਵਿਦ ਚਾਈਨਾ, ਬ੍ਰਿਟੇਨ ਨੇ ਚਾਈਨਾ ਦੇ ਨਾਲ ਵਪਾਰ ਸ਼ੁਰੂ ਕਰਤਾ in the early 18th century. By the 1740, about the time that infant mortality was falling, ਫਿਰ ਲੋਕਾਂ ਦੀ ਮਰਨ ਦੀ ਜਿਹੜੀ ਰੇਸ਼ੋ ਸੀਗੀ ਉਹ ਘਟ ਗਈ। The drink was common, ਹੁਣ ਚਾਹ ਕਾਮਨ ਹੋ ਗਈ। ਮੈਕਫਰਲਿਨ guesses that the fact that water had to be boiled, ਕਿਉਂਕਿ ਇਹ ਚ ਕਹਿੰਦੇ ਜਿਹੜਾ ਪਾਣੀ ਹੈ ਨਾ ਉਹਨੂੰ ਉਬਾਲਿਆ ਜਾਂਦਾ ਹੈ, together with an stomach purifying properties of tea, ਚਾਹ ਮਤਲਬ ਕਿ ਤਾਂ ਬਣਦੀ ਹੈ ਜਦੋਂ ਪਾਣੀ ਉਬਲਦਾ ਹੈ ਨਾ ਤਾਂ ਸਟਮਕ ਪਿਉਰੀਫਾਈਂਗ, ਢਿੱਡ ਨੂੰ ਸਾਫ਼ ਕਰਨ ਦੀਆਂ ਜਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਉਹ ਇਹਦੇ ਚ ਹੁੰਦੀਆਂ ਨੇ। ਸੋ ਐਲੀਕੁਐਂਟਲੀ ਡਿਸਕ੍ਰਾਈਬਡ ਇਨ ਅ ਬੁੱਧਿਸਟ ਟੈਕਸਟ, ਬੁੱਧਿਸਟ ਲੋਕ ਕੀ ਕਹਿੰਦੇ ਆ, ਮੀਨਟ ਦੈਟ ਦ ਬ੍ਰੈਸਟ ਮਿਲਕ ਪ੍ਰੋਵਾਈਡਡ ਬਾਈ ਮਦਰ ਵਾਜ਼ ਹੈਲਦੀਅਰ ਦੈਨ ਇਟ ਹੈਡ ਐਵਰ ਬੀਨ, ਮਾਂ ਜਿਹੜਾ ਆਪਣੇ ਬੱਚੇ ਨੂੰ ਦੁੱਧ ਪਿਲਾਉਂਦੀ ਸੀ ਉਹ ਵੀ ਬਹੁਤ ਜ਼ਿਆਦਾ ਹੈਲਦੀਅਰ ਹੋ ਗਿਆ ਸੀ ਪਹਿਲਾਂ ਨਾਲੋਂ। No other European nation drank tea so often as a British, ਹੁਣ ਬ੍ਰਿਟਿਸ਼ ਲੋਕ ਬਹੁਤ ਜ਼ਿਆਦਾ ਟੀ ਪੀਣ ਲੱਗੇ ਸੀਗੇ, which by Macmillan logic pushed the other nation out of the race for the industrial revolution, ਇਹਦੇ ਨਾਲ industrial revolution ਬਹੁਤ ਜ਼ਿਆਦਾ ਆਇਆ ਸੀਗਾ। ਆਜੋ ਲਿਸਟ ਆਫ ਹੈਡਿੰਗ ਤੇ 10th ਨਹੀਂ 9th ਨਹੀਂ, ਜਾਪਾਨ ਵਾਟਰਬੋਰਨ ਡਿਸੀਜ਼ ਨੋ, ਡਾਇਜ਼ੈਂਟਰੀ ਪ੍ਰੀਵੈਂਸ਼ਨ ਜਾਪਾਨ ਤੇ ਹਾਲੈਂਡ ਦੀ ਕੋਈ ਟਾਕ ਨਹੀਂ, ਗਨ ਡਰਿੰਕਿੰਗ ਦੀ ਕੋਈ ਟਾਕ ਨਹੀਂ, ਸਿਗਨੀਫੀਕੈਂਟ ਨੋ, ਇੰਡਸਟਰੀ ਇਨ ਹਾਲੈਂਡ ਫ੍ਰਾਂਸ ਨੋ, ਪੋਸੀਬਲ ਹੋ ਗਿਆ। ਦ ਸਿਗਨੀਫੀਕੈਂਸ ਆਫ ਟੀ ਡਰਿੰਕਿੰਗ, ਚਾਹ ਪੀਣ ਦੇ ਫਾਇਦੇ ਦੇਖੋ, ਚਾਈਨਾ ਨਾਲ ਵਪਾਰ ਹੋ ਗਿਆ, ਡਿਸੀਜ਼ਿਸ ਤੋਂ ਬਚ ਕੇ, ਸਟਮਕ ਪਿਉਰੀਫਾਈਂਗ ਹੋ ਗਿਆ, ਮਦਰ ਦਾ ਜਿਹੜੇ ਫੀਡ ਸੀ ਉਹ ਜ਼ਿਆਦਾ ਉਹ ਹੈਲਦੀਅਰ ਹੋ ਗਈ, ਤਾਂ ਡੈਫੀਨੇਟਲੀ ਸਿਗਨੀਫੀਕੈਂਸ ਹੁੰਦਾ ਫਾਇਦਾ, ਤੇ ਚਾਹ ਦੇ ਪੀਣ ਦੇ ਫਾਇਦੇ ਸਾਰੇ ਦੱਸੇ ਨੇ। ਤੇ ਬਾਕੀ ਤੁਸੀਂ ਇੱਕ ਨਾਲ ਵੀ ਮੈਚ ਕਰਕੇ ਦੇਖੋ, ਪੂਰਾ ਪੈਰਾਗ੍ਰਾਫ ਇੱਕ ਨਾਲ ਵੀ ਨਹੀਂ ਮੈਚ ਹੁੰਦਾ। ਆਪਾਂ ਬਹੁਤ ਅੱਛੇ ਤਰੀਕੇ ਨਾਲ ਲਿਸਟ ਆਫ ਹੈਡਿੰਗ ਨੂੰ ਪਹਿਲਾਂ ਪ੍ਰੋਪਰ ਪੈਰਾ ਰੀਡ ਕਰਿਆ ਤੇ ਉਸ ਤੋਂ ਬਾਅਦ ਆਪਣੇ ਆਨਸਰ ਨੂੰ ਐਲੀਮੀਨੇਸ਼ਨ ਮੈਥਡ ਦੇ ਨਾਲ ਲੱਭਿਆ, ਤੇ ਤੁਸੀਂ ਦੇਖੋ ਆਪਣੇ ਐਕੂਰੇਟ ਜਿਹੜੇ ਆਨਸਰ ਨੇ ਉਹ ਠੀਕ ਹੋ ਗਏ। ਸਾਰੇ ਪੈਰੇ ਪੜੇ, ਇੱਕ ਵਾਰ ਆਪਾਂ ਪੈਰਾਗ੍ਰਾਫ ਤੁਹਾਨੂੰ ਜੀ ਥੋੜਾ ਪੜਾ ਦੇਣਾ ਕਿਉਂਕਿ ਮੈਨੂੰ ਇੱਕ ਲਾਸਟ ਕੁਐਸਚਨ ਇਹਦੇ ਚ ਵੀ ਹੈਗਾ। ਬਟ ਇਫ ਟੀ ਇਜ਼ ਅ ਫੈਕਟਰ ਇਨ ਦਾ ਪਜ਼ਲ ਵਾਈ ਡਿਡਨਟ, ਇਹ ਤਾਂ ਪੜਾ ਰਹੇ ਆ ਕਿਉਂਕਿ ਜਿਹੜੇ ਬਾਕੀ ਦੇ ਹੁਣ ਤੱਕ ਇਹ ਹੈਡਿੰਗ ਹੋ ਗਏ ਨਾ, ਜਿਹੜੇ ਉਸ ਤੋਂ ਬਾਅਦ ਫਿਲ ਇਨ ਦਾ ਬਲੈਂਕਸ ਨੇ, ਜਿਹੜੇ MCQ ਨੇ, ਸ਼ਾਇਦ ਇੱਕ ਅੱਧਾ ਇਹਦੇ ਚ ਹੋਵੇ ਤਾਂ ਮੈਂ ਤੁਹਾਨੂੰ ਪੜਾਣਾ, ਲੋਕੇਸ਼ਨ ਤੇ ਆਉਣ ਦੀ ਲੋੜ ਵੀ ਨਹੀਂ ਪੈਣੀ। Why didn't the cause the industrialization revolution in Japan? Macfarlane notes that in the 17th century, ਉਹ ਕਹਿੰਦਾ 17th century ਦੇ ਵਿੱਚ ਜਾਪਾਨ had large cities, ਜਾਪਾਨ ਕੋਲੇ ਬਹੁਤ ਵੱਡੀਆਂ ਸਿਟੀਆਂ ਸੀਗੀਆਂ, ਹਾਈ ਲਿਟਰੇਸੀ ਰੇਟ, ਪੜ੍ਹੇ ਲਿਖੇ ਲੋਕ ਸੀਗੇ, and even a future market, ਮਾਰਕੀਟਸ ਵੀ ਅੱਛੀਆਂ ਸੀਗੀਆਂ। However, ਫਿਰ ਵੀ ਜਾਪਾਨ ਡਿਸਾਈਡਡ ਅਗੇਂਸਟ ਅ ਵਰਕ ਬੇਸਡ ਰੈਵੋਲੂਸ਼ਨ, ਉਹ ਕਹਿੰਦੇ ਸਾਨੂੰ ਰੈਵੋਲੂਸ਼ਨ ਤੋਂ ਕੋਈ ਮਤਲਬ ਨਹੀਂ ਹੈਗਾ। ਜਾਪਾਨ ਕਹਿੰਦੇ ਬਾਈ ਗਿਵਿੰਗ ਅ ਲੇਬਰ ਸੇਵਿੰਗ ਡਿਵਾਈਸਿਸ, ਉਹ ਕਹਿੰਦੇ ਅਸੀਂ ਲੇਬਰ ਨੂੰ ਉਹ ਛੱਡਣਾ ਨਹੀਂ ਹੈਗਾ। ਈਵਨ ਐਨੀਮਲਸ, ਅਸੀਂ ਤਾਂ ਜਾਨਵਰ ਵੀ ਨਹੀਂ ਛੱਡਣੇ, ਜਿਹੜੇ ਸਾਡੇ ਜਾਨਵਰ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਕਰਨ ਦਿਓ, ਜਿਹੜੀ ਲੇਬਰ ਸੇਵਿੰਗ ਡਿਵਾਈਸਿਸ ਨੇ ਉਹਨਾਂ ਨੂੰ ਵੀ ਕਰਨ ਦਿਓ, ਟੂ ਅਵੋਇਡ ਪੁਟਿੰਗ ਪੀਪਲ ਆਊਟ ਆਫ ਵਰਕ, ਤੇ ਅਸੀਂ ਆਪਣੇ ਲੋਕਾਂ ਨੂੰ ਕੰਮ ਤੋਂ ਨਹੀਂ ਹਟਾਉਣਾ। ਉਹਨਾਂ ਨੇ ਇਹ ਪ੍ਰੋਪਰ ਕਹਿਤਾ, ਰੈਵੋਲੂਸ਼ਨ ਆਵੇ ਨਾ ਆਵੇ, ਸਾਡੇ ਜਾਨਵਰ ਜਿੱਥੇ ਕੰਮ ਕਰਦੇ ਨੇ ਉਹ ਕਰਨ, ਜਿਹੜੀ ਸਾਡੇ ਸੇਵਿੰਗ ਡਿਵਾਈਸਿਸ ਨੇ ਉਹ ਵੀ ਹੋਣ, ਤੇ ਜਿਹੜੇ ਸਾਡੇ ਲੋਕ ਨੇ ਉਹ ਪੁਟਿੰਗ ਪੀਪਲ ਆਊਟ ਆਫ ਵਰਕ, ਅਸੀਂ ਅਵੋਇਡ ਲਿਖਿਆ ਨਾ, ਅਸੀਂ ਉਹਨਾਂ ਨੂੰ ਕੰਮ ਤੋਂ ਨਹੀਂ ਹਟਾਉਣਾ ਹੈਗਾ। ਸਾਰੇ ਪੈਰਾਗ੍ਰਾਫ ਆਪਾਂ ਪੜ੍ਹ ਲਏ, ਲਿਸਟ ਆਫ ਹੈਡਿੰਗ ਆਪਣੇ ਅੱਛੇ ਤਰੀਕੇ ਨਾਲ ਹੋ ਗਏ। ਮਜ਼ਾ ਤੁਹਾਨੂੰ ਟੀਚਿੰਗ ਦਾ ਇਹ ਦਿਖਾਣਾ ਬੱਚੇ ਕਿ ਆ ਜਿੰਨੇ ਕੁਐਸਚਨਸ ਨੇ ਆਟੋਮੈਟਿਕਲੀ ਤੁਹਾਨੂੰ ਸਾਰਿਆਂ ਦੀਆਂ ਲੋਕੇਸ਼ਨਸ ਪਤਾ ਹੋਣਗੀਆਂ। ਉੱਪਰ ਦੇਖੋ, ਕੰਪਲੀਟ ਦਾ ਟੇਬਲ ਯੂਜ਼ਿੰਗ ਨੋ ਮੋਰ ਦੈਨ 3 ਵਰਡਸ, ਕੋਈ ਗੱਲ ਨਹੀਂ ਕਰਾਂਗੇ ਅਸੀਂ। ਫਸਟ ਦਾ ਕੀਤਾ ਹੀ ਹੋਇਆ। ਸੈਕੰਡ, ਲੇਟ 17th ਸੈਂਚੁਰੀ ਦੇ ਵਿੱਚ ਗਿਨ ਬਿਕਮਸ ਮੋਰ ਪਪੂਲਰ, ਹਾਂ ਮੋਰ ਪਪੂਲਰ ਹੋ ਗਿਆ ਸੀ। ਬੀਅਰ ਬਿਕਮਸ ਐਕਸਪੈਂਸਿਵ, ਸ਼ਰਾਬ ਮਹਿੰਗੀ ਹੋ ਗਈ ਸੀ, ਬਿਕੋਜ਼ ਆਫ, ਸ਼ਰਾਬ ਕਿਉਂ ਮਹਿੰਗੀ ਹੋ ਗਈ ਸੀ ਸੋਚੋ। ਮੈਂ ਇੱਕ ਜਗ੍ਹਾ ਤੇ ਪੜਾਇਆ ਸੀ, ਉਹ ਉੱਥੇ ਮਾਲਟ ਲਿਖਿਆ ਸੀ ਦਾ ਸਿਨੋਨਿਮ, ਕਿਉਂਕਿ ਦਾ ਐਕੂਰੇਟ ਆਨਸਰ ਇਜ਼ ਟੈਕਸ। ਉਹ ਕਹਿੰਦਾ ਬੀਅਰ ਬਿਕਮਸ ਐਕਸਪੈਂਸਿਵ ਬਿਕੋਜ਼ ਆਫ ਟੈਕਸ। ਤੇ ਬੱਚੇ ਆਪਾਂ ਇੱਥੇ ਇਹਨੂੰ ਪੜ੍ਹ ਕੇ ਵੀ ਆਏ ਆ, ਦੇਖੋ ਫਾਇਦਾ ਕੀ ਹੈ ਇੰਨਾ ਵਧੀਆ ਪੜ੍ਹਨ ਦਾ। ਬਟ ਇਨ ਦਾ ਲੇਟ 17th ਸੈਂਚੁਰੀ ਅ ਟੈਕਸ ਵਾਜ਼ ਔਨ ਇੰਟਰੋਡਿਊਸ ਔਨ ਮਾਲਟ, ਟੈਕਸ ਸੀਗਾ ਜਿਹੜਾ ਇੰਟਰੋਡਿਊਸ ਕਰਤਾ ਸੀ ਮਾਲਟ ਤੇ। ਮਾਲਟ ਦਾਰੂ ਹੁੰਦੀ ਆ, ਇਹਨੂੰ ਬੀਅਰ ਵੀ ਕਹਿ ਦਿੰਦੇ ਹੁੰਦੇ ਆ, ਤਾਂ ਇਹ ਬੀਅਰ ਐਕਸਪੈਂਸਿਵ ਕਿਉਂ ਸੀ, ਕਿਉਂਕਿ ਇਹਦੇ ਉੱਤੇ ਲੱਗ ਗਿਆ ਸੀਗਾ ਟੈਕਸ। ਅਰਲੀ 18th ਸੈਂਚੁਰੀ, ਠੀਕ ਹੈ, ਡੈਸ਼ ਡਰਿੰਕਿੰਗ, ਕਿਹੜੀ ਡਰਿੰਕਿੰਗ ਸਟਾਰਟ ਟੂ ਬਿਕਮ ਵਾਈਡ ਸਪਰੈਡ, ਕਿਹੜੀ ਦੇਖੋ ਯਾਰ ਡਰਿੰਕਿੰਗ ਇਹ ਦੋ ਸੀ, ਇੱਕ ਬੀਅਰ ਸੀ ਇੱਕ ਟੀ ਸੀ, ਤਾਂ ਡੈਫੀਨੇਟਲੀ ਅਰਲੀ 18th ਸੈਂਚੁਰੀ 'ਚ ਕਿਹੜੀ ਚੀਜ਼ ਮਸ਼ਹੂਰ ਹੋ ਗਈ ਸੀ ਜਿਹੜੀ ਲੋਕ ਪੀਣ ਲੱਗ ਗਏ ਸੀ। ਆਜੋ ਇਸੀ ਲੋਕੇਸ਼ਨ ਬੱਚੇ ਮੈਂ ਇੱਥੇ ਸੀ, ਦੇਖੋ ਆ ਰਿਹਾ ਅਰਲੀ 18th ਸੈਂਚੁਰੀ, ਇਹ ਰਿਹਾ ਬੱਚੇ। ਟੀ ਵਾਜ਼ ਰਿਲੇਟਿਵਲੀ ਐਕਸਪੈਂਸਿਵ, ਚਾਹ ਮਹਿੰਗੀ ਸੀ, ਪਰ ਬ੍ਰਿਟੇਨ ਨੇ ਡਾਇਰੈਕਟ ਚਾਈਨਾ ਨਾਲ ਵਪਾਰ ਕਰਤਾ ਸੀਗਾ, ਤੇ ਡਰਿੰਕ ਸੀ ਜਿਹੜੀ ਇਹ ਕਾਮਨ ਹੋ ਗਈ ਸੀ ਯਾਰ, ਡਰਿੰਕ ਵਾਜ਼ ਕਾਮਨ 18th ਸੈਂਚੁਰੀ। ਕਿਹੜੀ ਡਰਿੰਕ ਸੀਗੀ, ਦੈਟ ਇਜ਼ ਕਾਲਡ ਆ ਟੀ।
ਤਾਂ ਡੈਫੀਨੇਟਲੀ ਜਿਹੜਾ ਆਪਣਾ 110% ਸ਼ੋਰ ਆਨਸਰ ਕੀ ਬਣ ਗਿਆ ਟੀ। ਤੁਸੀਂ ਇਹ ਦੇਖੋ ਕਿ ਮੈਨੂੰ ਟਾਈਮ ਵੇਸਟ ਕਰਨ ਦੀ ਲੋੜ ਨਹੀਂ, ਮੈਨੂੰ ਲੋਕੇਸ਼ਨਸ ਆਪੇ ਪਤਾ ਲੱਗਣ ਲੱਗੀਆਂ ਕਿਉਂਕਿ ਬੱਚੇ ਮੈਂ ਸਾਰੇ ਪੈਰਾਗ੍ਰਾਫ ਤਾਂ ਪੜ੍ਹਿਆ ਆ। ਮਿਡ 18th ਸੈਂਚੁਰੀ ਚ, ਠੀਕ ਹੈ, ਡਿਕਲਾਈਨਡ ਇਨ ਅਰਬਨ ਡੈਥਸ ਕਾਜ਼ਡ ਬਾਈ, ਡੈਥ ਕਿਉਂ ਹੋ ਰਹੀਆਂ ਸੀ? ਇੱਕੋ ਬਿਮਾਰੀ ਸੀ ਸਾਰੇ ਪੈਰੇ ਦੇ ਵਿੱਚ ਤੇ ਉਹ ਬਿਮਾਰੀ ਦਾ ਨਾਮ ਸੀਗਾ ਡਾਇਜ਼ੈਂਟਰੀ। ਹੋਰ ਬਿਮਾਰੀ ਇਹ ਨਹੀਂ ਕਰੀ, ਇਹਨੇ ਕਿਹਾ ਵੀ ਡਿਕਲਾਈਨ ਇਨ ਅਰਬਨ ਡੈਥਸ ਕਾਜ਼ਡ ਬਾਈ, ਕਿਹੜੀਆਂ ਕਾਰਨਾਂ ਕਰਕੇ ਜਿਹੜੀ ਡੈਥ ਸੀਗੀ ਉਹ ਰੁਕੀ ਸੀ? ਤਾਂ ਐਕੂਰੇਟ ਆਨਸਰ ਕੀ ਹੈ? ਡਾਇਜ਼ੈਂਟਰੀ। ਡੈਸ਼ ਵਾਟਰ ਯੂਜ਼ਡ ਫॉर ਟੀ ਐਂਡ ਬੀਅਰ, ਕਿਹੜਾ ਵਾਟਰ ਯੂਜ਼ ਕਰਿਆ ਜਾਂਦਾ ਸੀ? ਬੋਇਲਡ। ਆਪਾਂ ਪੜ੍ਹ ਕੇ ਸੀ ਕਿ ਇਹਨਾਂ ਨੂੰ ਟੀ ਤੇ ਬੀਅਰ ਨੂੰ ਬਣਾਉਣ ਦੇ ਲਈ ਬੋਇਲਡ ਵਾਟਰ ਯੂਜ਼ ਕਰਿਆ ਜਾਂਦਾ ਸੀਗਾ। ਉਹ ਚ ਐਂਟੀਬੈਕਟੀਰੀਅਲ ਜਿਹੜੀਆਂ ਕੁਆਲਿਟੀਜ਼ ਸੀਗੀਆਂ ਆਫ ਟੈਨਿਨ, ਤਾਂ ਇਸ ਕਰਕੇ ਇਹਦਾ ਆਨਸਰ ਜਿਹੜਾ ਬੋਇਲਡ ਆ ਗਿਆ। ਤੁਸੀਂ ਦੇਖੋ 4 ਕੁਐਸਚਨ ਨੂੰ ਕਰਨ ਦੇ ਲਈ ਮੈਨੂੰ ਲੋਕੇਸ਼ਨ ਤੇ ਜਾਣ ਦੀ ਵੀ ਲੋੜ ਨਹੀਂ ਪਈ ਕਿਉਂਕਿ ਮੈਂ ਪੈਰਾਗ੍ਰਾਫਸ ਨੂੰ ਬਹੁਤ ਅੱਛੇ ਤਰੀਕੇ ਨਾਲ ਪੜ੍ਹਿਆ ਸੀ। ਉਧਰ ਮੇਰੇ ਲਿਸਟ ਆਫ ਦਾ ਹੈਡਿੰਗ ਸਾਰੇ ਸਹੀ ਗਏ, ਇਧਰ ਮੇਰੇ ਫਿਲ ਇਨ ਦਾ ਬਲੈਂਕ ਸਾਰੇ ਸਹੀ ਗਏ। ਲੋ ਆਪਣੇ ਕੋਲ 2 ਇਹ ਨਹੀਂ, ਇੱਕ ਮਿਸ ਹੈ ਇਹਨਾਂ ਚੋਂ, ਚਲੋ ਮੈਂ 2 ਕਰਾਣਾ। ਇਨ 1740 1740 ਚ there was a population explosion in Britain because ਲੋਕਾਂ ਦੀ ਪੋਪੂਲੇਸ਼ਨ ਬਹੁਤ ਵੱਧ ਗਈ ਸੀ ਕਿਉਂਕਿ ਦੇਖਿਓ ਲਾਰਜ ਨੰਬਰ ਆਫ ਪੀਪਲ ਮੂਵਡ ਟੂ ਲਿਵ ਇਨ ਸਿਟੀਜ਼ ਨਹੀਂ ਆ ਸਕਦਾ। ਲਾਰਜਰ ਕੁਆਂਟੀਟੀਜ਼ ਆਫ ਬੀਅਰ ਵਰ ਡਰੰਕ, ਕੱਲੀ ਬੀਅਰ ਨਾਲ ਥੋੜੀ ਫਰਕ ਪਿਆ ਸੀਗਾ। ਆਫ ਦਾ ਹੈਲਥ ਪ੍ਰੋਟੈਕਟਿੰਗ ਕੁਆਲਿਟੀਜ਼ ਆਫ ਬੀਅਰ ਐਂਡ ਟੀ, ਆਨਸਰ ਇਹਦਾ ਸੀ ਹੈ। ਤੁਸੀਂ ਇਹ ਦੇਖੋ ਆਫ ਦਾ ਇੰਡਸਟਰੀਅਲ ਰੈਵੋਲੂਸ਼ਨ, ਇਹ ਨਹੀਂ। ਲੋਕਾਂ ਦੀ ਪੋਪੂਲੇਸ਼ਨ ਕਿਉਂ ਵਧੀ ਸੀ? ਕਿਉਂਕਿ ਹੈਲਥ ਪ੍ਰੋਟੈਕਟਿੰਗ ਕੁਆਲਿਟੀ ਸੀਗੀਆਂ, ਕਾਹਦੇ ਚ ਸੀਗੀਆਂ? ਬੀਅਰ ਚ ਵੀ ਸੀਗੀਆਂ ਤੇ ਟੀ ਚ ਵੀ ਸੀਗੀਆਂ। ਤਾਂ ਐਕੂਰੇਟ ਜਿਹੜਾ ਆਨਸਰ ਆਪਣਾ ਹੈ ਉਹ ਸੀ ਹੈ। ਆ ਬੀ ਤਾਂ ਨਹੀਂ ਹੈ ਕਿਉਂਕਿ ਇਹ ਚ ਇਕੱਲਾ ਬੀਅਰ ਹੈ, ਇਹ ਚ ਬੀਅਰ ਤੇ ਟੀ ਦੋਨੇ ਨੇ, ਦੋਨਾਂ ਨੂੰ ਪੀ ਕੇ ਹੀ ਲੋਕ ਠੀਕ ਸੀਗੇ। ਤਾਂ ਆਨਸਰ ਹੈਗਾ ਸੀ। 24 ਅਕੋਰਡਿੰਗ ਟੂ ਦਾ ਆਥਰ, ਆਥਰ ਉਹਦੇ ਰਾਈਟਰ ਵੀ ਕਹਿੰਦੇ, ਨਰੇਟਰ ਵੀ ਕਹਿੰਦੇ, ਜੈਪਨੀਜ਼ ਡਿਡ ਨਾਟ ਇੰਡਸਟਰੀਅਲਾਈਜ਼, ਜੈਪਨੀਜ਼ ਨੇ ਇੰਡਸਟਰੀਅਲਾਈਜੇਸ਼ਨ ਨਹੀਂ ਕੀਤੀ ਸੀ ਬਿਕਾਜ਼ ਦੇ ਡਿਡ ਨਾਟ, ਉਹ ਕੀ ਨਹੀਂ ਚਾਹੁੰਦੇ ਸੀਗੇ? ਲਾਈਕ ਡਰਿੰਕਿੰਗ ਬੀਅਰ ਵੀ ਨਹੀਂ ਆ ਸਕਦਾ। ਵਾਂਟ, ਦੇ ਡਿਡ ਨਾਟ ਵਾਂਟ ਐਨੀਮਲਸ ਵਰਕ, ਨਹੀਂ ਉਹਦਾ ਚਾਹੁੰਦੇ ਸੀ ਐਨੀਮਲਸ ਕੰਮ ਕਰਨ। ਲਾਈਕ ਯੂਜ਼ਿੰਗ ਵੀਲਸ, ਨੋ। ਵਾਂਟ ਅਨਐਮਪਲੋਇਮੈਂਟ, ਦੇ ਡਿਡ ਨਾਟ ਵਾਂਟ ਅਨਐਮਪਲੋਇਮੈਂਟ, ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੇ ਲੋਕ ਬੇਰੁਜ਼ਗਾਰ ਹੋਣ। ਆਪਾਂ ਪੈਰਾਗ੍ਰਾਫ ਚਾਹੋਰੇ ਪੜ੍ਹ ਕੇ ਆਏ ਹਾਂ ਬੱਚੇ, ਉਰੇ ਦਿੱਤਾ ਹੋਇਆ ਉਹਨੇ, ਟੂ ਅਵੋਇਡ ਪੁਟਿੰਗ ਪੀਪਲ ਆਊਟ ਆਫ ਵਰਕ, ਉਹ ਕਹਿੰਦੇ ਵੀ ਅਸੀਂ ਆਪਣੇ ਲੋਕਾਂ ਨੂੰ ਕੰਮ ਤੋਂ ਭਜਾਉਣਾ ਨਹੀਂ ਹੈਗਾ, ਉਹਨਾਂ ਨੂੰ ਕੰਮ ਕਰਨ ਦੇ ਲੱਗੇ ਰਹਿਣ ਉਹ। ਤੇ ਇਹਦਾ ਐਕੂਰੇਟ ਆਨਸਰ ਇੱਥੇ ਉਹ ਤਾਂ ਵਾਂਟ ਅਨਐਮਪਲੋਇਮੈਂਟ ਹੈ। ਇਹਦਾ ਮਤਲਬ ਇਹ ਹੋ ਗਿਆ ਕਿ ਉਹ ਬੇਰੁਜ਼ਗਾਰੀ ਚਾਹੁੰਦੇ ਨੇ, ਪਰ ਆਨਸਰ ਦੇਖੋ, ਕੁਐਸਚਨ ਦੇਖੋ, ਦੇ ਡਿਡ ਨਾਟ, ਉਹ ਨਹੀਂ ਚਾਹੁੰਦੇ, ਦੇ ਡਿਡ ਨਾਟ ਵਾਂਟ ਅਨਐਮਪਲੋਇਮੈਂਟ। ਤਾਂ ਐਕੂਰੇਟ ਜਿਹੜਾ ਆਨਸਰ ਬਣ ਗਿਆ ਉਹ ਇਹਦਾ ਡੀ ਬਣ ਗਿਆ। ਮੈਂ ਉਮੀਦ ਕਰੂੰਗਾ, ਮੈਂ ਟਰਾਈ ਕੀਤਾ ਕਿ ਬਹੁਤ ਅੱਛੇ ਤਰੀਕੇ ਨਾਲ ਤੁਹਾਨੂੰ ਇਹਨਾਂ ਨੂੰ ਪੜ੍ਹਾਵਾਂ ਤੇ ਮੈਂ ਬਹੁਤ ਅੱਛੇ ਤਰੀਕੇ ਨਾਲ ਤੁਹਾਨੂੰ ਪੜ੍ਹਾਇਆ ਵੀ ਹੈ। ਸੋ ਉਮੀਦ ਕਰਦਾ ਤੁਹਾਨੂੰ ਵੀਡੀਓ ਬਹੁਤ ਅੱਛੀ ਲੱਗੀ ਹੋਗੀ। ਜੇ ਤੁਹਾਨੂੰ ਵੀਡੀਓ ਅੱਛੀ ਲੱਗੀ ਹੈ ਤਾਂ ਤੁਸੀਂ ਆਪਣੇ ਦੋਸਤਾਂ ਨਾਲ, ਸਾਰਿਆਂ ਨਾਲ ਇਹਨੂੰ ਸ਼ੇਅਰ ਕਰਿਆ ਕਰੋ ਤੇ ਆਪਣੇ ਦੋਸਤਾਂ ਨੂੰ ਦੱਸਿਆ ਕਰੋ ਕਿ ਰਮਨ ਆਇਲਸ ਦੇ ਨਾਮ ਤੇ ਇੱਕ ਚੈਨਲ ਹੈ, ਉਸ ਨੂੰ ਸਬਸਕ੍ਰਾਈਬ ਵੀ ਕਰੇ ਤੇ ਨਵੀਆਂ ਵੀਡੀਓਜ਼ ਦੀ ਵੇਟ ਵੀ ਕਰੇ ਤੇ ਹਰ ਰੋਜ਼ ਮੈਂ ਆਇਲਸ ਨਾਲ ਜੁੜੀਆਂ ਹੋਈਆਂ ਤੁਹਾਡੇ ਲਈ ਮੈਂ ਵੀਡੀਓਜ਼ ਨੂੰ ਅਪਲੋਡ ਕਰੂੰਗਾ। ਸੋ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਵੀਡੀਓਜ਼ ਨੂੰ ਬੰਦ ਕਰ ਰਿਹਾ ਤੇ ਉਮੀਦ ਕਰਦਾ ਕਿ ਜਿੰਨੇ ਬੱਚਿਆਂ ਦਾ ਐਗਜ਼ਾਮ ਹੋਏਗਾ ਉਹ ਬਹੁਤ ਅੱਛਾ ਸਕੋਰ ਲੈ ਕੇ ਆਉਣ, ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨ ਤੇ ਆਪਣਾ ਫਿਊਚਰ ਬਣਾਉਣ। ਮੇਥੋਂ ਫਿਰ ਵੀ ਵੀਡੀਓ ਬਣਾਉਂਦੇ ਹੋ ਕੋਈ ਮਿਸਟੇਕ ਹੋ ਗਈ ਹੋਵੇ, ਕੋਈ ਗਲਤ ਬੋਲਿਆ ਗਿਆ ਹੋਵੇ ਤਾਂ ਉਹਦੇ ਲਈ ਮੈਂ ਤੁਹਾਡੇ ਤੋਂ ਮਾਫੀ ਮੰਗਦਾ। ਸੋ ਗੁੱਡ ਲੱਕ ਫॉर योर एग्जाम। ਥੈਂਕ ਯੂ ਸੋ ਮਚ। ਬਹੁਤ ਪਿਆਰ, ਬਹੁਤ ਰਿਸਪੈਕਟ। ਟੇਕ ਕੇਅਰ। ਗੁੱਡ ਨਾਈਟ।